5 दिन ਤੋਂ ਜਵਾਨ ਕੁੜੀ ਮੁੰਡਾ ਲਾਪਤਾ ਦੱਸੇ ਜਾ ਰਹੀ ਸੀ। ਮਾਪਿਆਂ ਦੇ ਵੱਲੋਂ ਹਰ ਪਾਸੇ ਇਸ ਗੱਲ ਦੀ ਗੁਹਾਰ ਲਗਾਈ ਗਈ ਕਿ ਸਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਲੱਭ ਦਿੱਤਾ ਜਾਵੇ। ਪਟਿਆਲਾ ਦੇ ਵਿੱਚ 5 ਦਿਨ ਤੋਂ ਗਾਇਬ ਹੋਏ ਕੁੜੀ ਮੁੰਡੇ ਨੂੰ ਸਾਥੀਆਂ ਦੇ ਮਿਲੇ ਹੋਏ ਸੁਰਾਗ ਤੋਂ ਬਾਅਦ ਲੱਭਿਆ ਗਿਆ ਹੈ। ਦੱਸ ਦਈਏ ਕਿ ਇਸ ਦੇ ਵਿੱਚ ਇੱਕ ਕੁੜੀ ਹੈ ਅਤੇ ਦੂਸਰਾ ਮੁੰਡਾ। ਪੰਜਾਬ ਦੇ ਪਟਿਆਲਾ ਦੇ ਵਿੱਚ 5 ਦਿਨ ਪਹਿਲਾਂ ਲਾਪਤਾ ਹੋਏ ਕੁੜੀ ਮੁੰਡੇ ਦੇ ਵਿੱਚੋਂ ਕੁੜੀ ਨੂੰ ਲੱਭ ਲਿਆ ਗਿਆ, ਪਰ ਜਿਸ ਹਾਲਤ ਦੇ ਵਿੱਚ ਉਹ ਮਿਲੀ ਉਸ ਨੂੰ ਦੇਖ ਕੇ ਪਿਤਾ ਰੋਂਦੇ ਕੁਰਲਾਉਂਦੇ ਨਜ਼ਰ ਆਏ। ਪੁਲਿਸ ਵਾਲਿਆਂ ਦੇ ਵੱਲੋਂ ਉਸ ਦੇ ਪਿਤਾ ਨੂੰ ਫੜ ਕੇ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਖਨੌਰੀ ਦੇ ਕੋਲ ਭਾਖੜਾ ਦੇ ਕੋਲ ਉਹਨਾਂ ਦੀ ਕੁੜੀ ਬਰਾਮਦ ਹੋਈ ਹੈ। ਗੋਤਾਖੋਰਾਂ ਦੇ ਵੱਲੋਂ ਇਸ ਕੁੜੀ ਨੂੰ ਜਿਸ ਹਾਲਤ ਦੇ ਵਿੱਚ ਨਹਿਰ 'ਚੋਂ ਕੱਢਿਆ ਗਿਆ ਉਹ ਦੇਖ ਕੇ ਸਾਰੇ ਦੰਗ ਰਹਿ ਗਏ। ਪੁਲਿਸ ਦੇ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਨੌਜਵਾਨ ਕੁੜੀ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਅਤੇ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਗੋਤਾਖੋਰ ਆਸ਼ੂ ਮਲਿਕ ਨੇ ਇਸ ਮੌਕੇ ਤੇ ਦੱਸਿਆ ਕਿ ਪਸਿਆਣਾ ਪੁਲਿਸ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਇੱਕ ਕੁੜੀ ਅਤੇ ਇੱਕ ਮੁੰਡਾ ਭਾਖੜਾ ਦੇ ਕੋਲ ਲਾਪਤਾ ਹੋਏ ਨੇ, ਜਿਸ ਨੂੰ ਲੈ ਕੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੱਭਣ ਦੇ ਵਿੱਚ ਉਹ ਜੁਟ ਗਏ। ਸ਼ੁੱਕਰਵਾਰ ਸਵੇਰ ਦੇ 7 ਵਜੇ ਦੀ ਗੱਲ ਹੈ, ਜਦੋਂ ਕਰੀਬ ਖਨੌਰੀ ਬਾਈਪਾਸ ਦੇ ਨੇੜੇ ਹੀ ਇਸ ਕੁੜੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਗੋਤਾਖੋਰਾਂ ਦੀ ਟੀਮ ਦੇ ਵੱਲੋਂ ਹੀ ਇਸ ਕੁੜੀ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਦੀ ਫੋਟੋ ਖਿੱਚ ਕੇ ਪਸਿਆਣਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਸ ਤੋਂ ਬਾਅਦ ਘਰਦਿਆਂ ਦੇ ਵੱਲੋਂ ਆਪਣੀ ਕੁੜੀ ਦੀ ਪਛਾਣ ਕੀਤੀ ਗਈ ਅਤੇ ਰੋਂਦੇ ਕੁਰਲਾਉਂਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ ਸਨ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਛਾਣਬੀਣ ਕੀਤੀ ਜਾ ਰਹੀ ਹੈ, ਜਿਹੜਾ ਕਿ ਲਾਪਤਾ ਦੱਸਿਆ ਜਾ ਰਿਹਾ ਹੈ। ਉਹ ਲੜਕਾ ਵੀ ਇਸ ਲੜਕੀ ਦੇ ਨਾਲ ਹੀ ਨਿਕਲਿਆ ਸੀ। ਇੱਕ ਵੱਡੇ ਅਫਸਰ ਦਾ ਮੁੰਡਾ, ਜਿਸ ਦੀ ਭਾਲ ਦੇ ਲਈ ਹਰ ਪਾਸੇ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਸ ਦੀ ਉਮਰ ਵੀ ਕਰੀਬ 18 ਸਾਲ ਦੀ ਹੈ। ਇਸ ਦੇ ਨਾਲ ਹੀ ਇੱਕ ਯੁਵਕ ਦੱਸਦੀ ਕਿ ਇਸ ਕੁੜੀ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਮੁੰਡਾ ਵੀ ਲਾਪਤਾ ਦੱਸਿਆ ਜਾ ਰਿਹਾ ਹੈ, ਇੱਕ ਵੱਡੇ ਅਫਸਰ ਦਾ ਮੁੰਡਾ, ਪਰ ਉਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਦੱਸਦੀ ਹੈ ਕਿ ਪਾਤੜਾ ਦੇ ਡੀਐਸਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਜਿਸ ਲੜਕੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ ਉਸ ਦਾ ਨਾਮ ਸੁਹਾਨੀ ਬੋਸ ਹੈ, ਜੋ ਕਿ ਪਟਿਆਲਾ ਦੇ ਇੱਕ ਹੋਸਟਲ ਦੇ ਵਿੱਚ ਰਹਿ ਰਹੀ ਸੀ ਅਤੇ ਉਸ ਦੀ ਫੈਮਿਲੀ ਬੈਕਗ੍ਰਾਉਂਡ ਵੈਸਟ ਬੰਗਾਲ ਤੋਂ ਹੈ। ਪਰਿਵਾਰ ਵਾਲੇ ਮੌਕੇ ਤੇ ਪਹੁੰਚੇ, ਉਹਨਾਂ ਨੇ ਮ੍ਰਿਤਕ ਦੇਹ ਦੀ ਪਹਿਚਾਣ ਕੀਤੀ ਅਤੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ, ਪਰ ਇਸ ਬਾਰੇ ਹੁਣ ਤੱਕ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਅਤੇ ਮੁੰਡਾ ਕਿੱਥੇ ਹੈ। के ऊपर फिरे जो हरियाणा, पंजाब और राजस्थान के अंदर ढूंढ रहे हैं इनको। तो आज हमारे जो गोताखोर हैं बबली कुमार उजाने से, तो ये सुबह सुबह हमने इनकी ड्यूटी लगाई थी। 4 बजे इन्होंने अपना जो गांव उजाना है वहाँ से ढूंढना शुरू किया था नरवाने से, और ये ढूंढते ढूंढते नहर आ रहे थे। तो आज सुबह 7 बजे निकल गई, तो इन्होंने इसको गोता मारे किनारे लगा। उसके बाद इन्होंने हमारे को फ़ोन किया। फ़ोन करने के बाद में जो इन्होंने हमारे को फ़ोटो करी व्हाट्सएप, वो फ़ोटो हमने फिर SHO पसियाणा को भेजी है। तो उन्होंने इसकी पहचान करी है। पहचान करने के बाद परिवार को बताया गया, तो लड़की तो मिल गई। अभी लड़के की अभी हम तलाश कर रहे हैं। कितनी उम्र होगी इनकी? जो लड़की की उम्र है वो तकरीबन 18 से 20 साल बताई जा रही है, जो हमें इंटीमेशन है। और दूसरा, इसके बारे में अभी हमारे पास पूरी इन्फॉर्मेशन नहीं है, ये कैसे गिरे हैं और किस तरह गिरे हैं। ये सिर्फ हमारे को एक कॉल आई हुई है कि इनको ढूंढना है हमें। यहाँ पे कोई स्टडी वगैरह करते, कहाँ से आए थे? यहाँ अभी इसके बारे में हमें इतनी जानकारी नहीं दी गई। हमारे को सिर्फ इनको ढूंढने के बारे में बोला गया। जो लड़का है पटियाला किसी अफसर का लड़का है, तो इसकी जो कॉल हमारे SDM दफ्तर से भी है, बिजली बोर्ड से भी हमारे कुछ यार दोस्त हैं, उन्होंने भी हमारे को बोल रखा है। तो मेन तो हम पसियाणा SHO की तरफ से ढूंढ रहे हैं। जो मेन कॉल है वो पसियाणा SHO की तरफ से हमारे पास। ठीक है, थैंक यू। दस तो किहड़ी जगह डेड बॉडी मिली, की पहचान हुई नदी की हुई? ਇਹ ਇੱਕ ਸੋਹਿਨੀ ਬੋਸ ਹੈਗੇ ਨੇ, ਉਹਨਾਂ ਦੇ ਫਾਦਰ ਨੇ ਪਹਿਚਾਣ ਕੀਤੀ ਹੈਗੀ ਹੈ। ਉਹਨਾਂ ਦੀ ਬੋਡੀ 2 ਤਰੀਕ ਤੋਂ ਮਿਸਿੰਗ ਸੀਗੇ, ਉਸ ਤੋਂ ਬਾਅਦ ਇੱਥੇ ਮਿਲੀ ਹੈਗੀ ਹੈ। ਤੇ ਹੁਣ ਫਰਦਰ ਅੱਗੇ ਕਾਰਵਾਈ ਕਰਾਂਗੇ। ਕੀ ਕਰਦੇ ਸੀ, ਕਿੱਥੇ ਕੋਈ ਪਟਿਆਲੇ ਸਟੱਡੀ ਵਗੈਰਾ ਕਰ ਚਲਾ? ਹਾਂਜੀ, ਅੱਗੇ ਪਟਿਆਲੇ, ਉਹ ਪਟਿਆਲੇ ਰਹਿੰਦੇ ਸੀ ਕਿ ਹੋਸਟਲ 'ਚ ਰਹਿ ਰਹੇ ਸੀਗੇ। ਉਹਨਾਂ ਦੀ ਫੈਮਿਲੀ ਅਦਰਵਾਈਜ਼ ਵੈਸਟ ਬੰਗਾਲ ਤੋਂ ਹੈ। ਕਿ ਸਟੱਡੀ ਕਿੱਥੇ ਕਾਰਨ ਪਤਾ ਲੱਗਿਆ ਕੀ ਕਾਰਨ ਰਿਹਾ ਕਿ ਇਹ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਂ ਅੱਗੇ ਫਾਈਂਡ ਆਊਟ ਕਰਨ ਤੋਂ ਬਾਅਦ ਤਸਦੀਕ ਕਰਾਂਗੇ ਜੀ। ਕੱਲੇ ਨਾਲ ਸ਼ਰਮਾ ਨਾਲ ਕੋਈ ਹੋਰ ਵੀ ਸੀਗਾ ਕਿ ਮਰਡਰ ਕਹਿ ਰਹੇ? ਇਹ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਜੀ, ਹਜੇ ਤਾਂ ਇਹ ਹੈਗੀ ਹੈ, ਫਰਦਰ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ।
ਹੋਸਟਲ ਦੇ ਵਿੱਚ ਰਹਿੰਦੀ ਕੁੜੀ ਦੇ ਬਾਰੇ ਅਜਿਹੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ। ਦੱਸਦੀ ਕਿ ਕੁੜੀ ਪਟਿਆਲਾ ਦੇ ਹੋਸਟਲ ਦੇ ਵਿੱਚ ਹੀ ਰਹਿੰਦੀ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਇਹ ਜ਼ਰੂਰ ਪਤਾ ਲੱਗਿਆ ਸੀ ਕਿ ਉਹ ਭਾਖੜਾ ਨਹਿਰ ਦੇ ਕੋਲ ਦੇਖੇ ਗਏ ਨੇ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਸ ਕੁੜੀ ਦੇ ਵੱਲੋਂ ਕੀ ਕਰ ਲਿਆ ਜਾਣਾ ਹੈ। ਇਹ ਸਾਰੀ ਘਟਨਾ ਵਾਪਰੀ ਕਿਵੇਂ ਹੈ, ਇਸ ਬਾਰੇ ਵੀ ਹਲੇ ਛਾਣਬੀਣ ਜਾਰੀ ਹੈ। ਪਰ ਕੁੜੀ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਮਾਪਿਆਂ ਦਾ ਜੋ ਹਾਲ ਹੈ ਉਹ ਤੁਸੀਂ ਇਹਨਾਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ। ਪਿਤਾ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀ ਧੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਵੈਸਟ ਬੰਗਾਲ ਦੇ ਵਿੱਚ ਰਹਿੰਦਾ ਇਹ ਪਰਿਵਾਰ ਅਤੇ ਉਹਨਾਂ ਦੀ ਧੀ ਪਟਿਆਲਾ ਦੇ ਹੋਸਟਲ ਦੇ ਵਿੱਚ ਰਹਿੰਦੀ ਸੀ। 18 ਸਾਲ ਦੀ ਜਵਾਨ ਕੁੜੀ ਜਿਹੜੀ ਕਿ ਇੱਥੇ ਪੜ੍ਹਾਈ ਵੀ ਕਰ ਰਹੀ ਸੀ। ਇਸ ਸਾਰੇ ਮਾਮਲੇ ਨੂੰ ਲੈ ਕੇ ਉਸ ਦੇ ਨਾਲ ਇੱਕ ਮੁੰਡੇ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਪਰ ਹੁਣ ਤੱਕ ਨਾ ਤਾਂ ਉਸ ਦੀ ਕੋਈ ਖਬਰ ਮਿਲੀ ਹੈ ਅਤੇ ਨਾ ਹੀ ਉਸ ਬਾਰੇ ਇਹ ਜਾਣਕਾਰੀ ਮਿਲੀ ਕਿ ਉਹ ਕਿੱਥੇ ਚਲਾ ਗਿਆ। ਪਰ ਫਿਰ ਵੀ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਵੱਖ-ਵੱਖ ਰਾਜਾਂ ਦੇ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਮੁੰਡੇ ਦੇ ਬਾਰੇ ਇਹ ਜਾਣਕਾਰੀ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਵੀ ਇੱਕ ਜਵਾਨ ਮੁੰਡਾ ਹੈ ਅਤੇ ਇੱਕ ਅਮੀਰ ਅਫਸਰ ਦਾ ਮੁੰਡਾ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਦੇ ਲਈ ਵੱਖ-ਵੱਖ ਵਿਭਾਗਾਂ ਦੇ ਵਿੱਚ ਫੋਨ ਕਰਕੇ ਇਸ ਦੀ ਜਾਣਕਾਰੀ ਮੰਗੀ ਜਾ ਰਹੀ ਹੈ। ਘਰ ਦੇ ਸਿਰਫ ਉਮੀਦ ਕਰ ਸਕਦੇ ਨੇ ਕਿ ਉਹਨਾਂ ਦਾ ਬੱਚਾ ਠੀਕ-ਠਾਕ ਹੋਵੇਗਾ, ਪਰ ਪੁਲਿਸ ਦੇ ਵੱਲੋਂ ਜਿਹੜਾ ਸ਼ੱਕ ਜਤਾਇਆ ਜਾ ਰਿਹਾ ਸੀ ਉਹ ਯਕੀਨ ਦੇ ਵਿੱਚ ਉਸ ਸਮੇਂ ਬਦਲਿਆ ਜਦੋਂ ਕੁੜੀ ਦੀ ਮ੍ਰਿਤਕ ਦੇ ਗੋਤਾਖੋਰਾਂ ਨੂੰ ਬਰਾਮਦ ਹੋਈ ਅਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਸ ਸੰਬੰਧੀ ਫੋਨ ਕੀਤਾ ਗਿਆ। ਪੁਲਿਸ ਥਾਣੇ ਦੇ ਵਿੱਚ ਫੋਨ ਪਹੁੰਚਣ ਤੋਂ ਬਾਅਦ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਗਈ। ਉਸ ਦੀ ਫੋਟੋ ਅਤੇ ਉਹ ਮ੍ਰਿਤਕ ਦੇਹ ਦਿਖਾਈ ਗਈ ਅਤੇ ਘਰਦਿਆਂ ਨੂੰ ਇਹ ਸਮਝਣ ਦੇ ਵਿੱਚ ਬਹੁਤੀ ਦੇਰ ਨਾ ਲੱਗੀ ਕਿ ਇਹ ਉਹਨਾਂ ਦੀ ਹੀ ਧੀ ਹੈ। ਮੌਕੇ ਤੇ ਮਾਪਿਆਂ ਦੇ ਵੱਲੋਂ ਪਹੁੰਚ ਕੇ ਸ਼ਨਾਖਤ ਵੀ ਕੀਤੀ ਗਈ ਸੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਉਹਨਾਂ ਦੀ ਹੀ 18 ਸਾਲਾ। ਪਰ ਦੂਜੇ ਪਾਸੇ ਮੁੰਡੇ ਦੀ ਭਾਲ ਹੁਣ ਤੱਕ ਜਾਰੀ ਹੈ। ਗੋਤਾਖੋਰਾਂ ਦੀ ਟੀਮ ਲਗਾਤਾਰ ਲੱਗੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ 30 ਤੋਂ 40 ਗੋਤਾਖੋਰਾਂ ਦੇ ਵੱਲੋਂ उस मुंडे की भाल की जा रही है। तो इन्होंने इसको गोता हमारे किनारे लगाया। उसके बाद इन्होंने हमारे को फ़ोन किया। फ़ोन करने के बाद में जो इन्होंने हमारे को फ़ोटो करी व्हाट्सएप, वो फ़ोटो हमने फिर SHO पसियाणा को भेजी है। तो उन्होंने इसकी पहचान करी है। पहचान करने के बाद परिवार को बताया गया। तो लड़की तो मिल गई, अभी लड़के की अभी हम तलाश कर रहे हैं। कितनी उम्र होगी इनकी? जो लड़की की उम्र है वो तकरीबन 18 से 20 साल बताई जा रही है, जो हमें इंटीमेशन है। और दूसरा, इसके बारे में अभी हमारे पास पूरी इन्फॉर्मेशन नहीं है, ये कैसे गिरे हैं और किस तरह गिरे हैं। ये सिर्फ हमारे को एक कॉल आई हुई है कि इनको ढूंढना है हमें। यहाँ पे कोई स्टडी वगैरह करते कहाँ से आए? यहाँ अभी इसके बारे में हमें इसके बारे में इतनी जानकारी नहीं दी गई। हमारे को सिर्फ इनको ढूंढने के बारे में बोला गया। जो लड़का है पटियाला किसी अफसर का लड़का है, तो इसकी जो कॉल हमारे SDM दफ्तर से भी है, बिजली बोर्ड से भी हमारे कुछ यार दोस्त हैं, उन्होंने भी हमारे को बोल रखा है। तो मेन तो हम पसियाणा SHO की तरफ से ढूंढ रहे हैं। जो मेन कॉल है वो पसियाणा SHO की तरफ से हमारे पास। ठीक है, थैंक यू।